ਜੋ ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਦਿਨ ਨੂੰ ਅਮਰੀਕਾ ਵਿੱਚ ਇਨੋਗ੍ਰੇਸ਼ਨ ਡੇ ਵੀ ਕਹਿੰਦੇ ਨੇ। ਇਸ ਤੋਂ ਬਾਅਦ ਹੀ ਬਾਈਡਨ ਵਾਈਟ ਹਾਊਸ ਵਿੱਚ ਅਧਿਕਾਰਤ ਤੌਰ ਉੱਤੇ ਕੰਮਕਾਜ ਸਾਂਭ ਸਕਣਗੇ। ਇਸੇ ਦਿਨ ਹੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਆਪਣੇ ਅਹੁਦੇ ਦੀ ਸਹੁੰ ਚੁੱਕ ਕੇ ਕੰਮਕਾਜ ਸੰਭਾਲ ਲਵੇਗੀ। ਕੋਰੋਨਾ ਮਹਾਮਾਰੀ ਦੀ ਮਾਰ ਅਮਰੀਕਾ ਦੇ ਸਭ ਤੋਂ ਵੱਡੇ ਸਮਾਗਮ ਉੱਤੇ ਵੀ ਪਈ ਹੈ। ਮਹਾਮਾਰੀ ਦੇ ਕਾਰਨ ਜਿੱਥੇ ਇਸ ਸਮਾਗਮ ਨੂੰ ਛੋਟਾ ਕਰ ਦਿੱਤਾ ਗਿਆ ਹੈ, ਉੱਥੇ ਸੁਰੱਖਿਆ ਚਿੰਤਾਵਾਂ ਵਿਚਕਾਰ ਸਮਾਗਮ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਨੇ। ਆਓ ਤੁਹਾਨੂੰ ਦੱਸਦੇ ਹਾਂ ਇਸ ਸਹੁੰ ਚੁੱਕ ਸਮਾਗਮ ਬਾਰੇ ਸਭ ਕੁਝ। ਸਮਾਗਮ ਦੀ ਗੱਲ ਕਰਦੇ ਹੋਏ ਤੁਹਾਨੂੰ ਸਭ ਤੋਂ ਪਹਿਲਾਂ ਦੱਸਦੇ ਹਾਂ ਸਹੁੰ ਚੁੱਕ ਸਮਾਗਮ ਬਾਰੇ। ਸਹੁੰ ਚੁੱਕ ਸਮਾਗਮ ਇੱਕ ਰਸਮੀ ਸਮਾਗਮ ਹੈ। ਅਹੁਦੇ ਦੀ ਸਹੁੰ ਚੁੱਕ ਦੇ ਸਾਰ ਹੀ ਰਾਸ਼ਟਰਪਤੀ ਦਾ ਕਾਰਜਕਾਲ ਸ਼ੁਰੂ ਹੁੰਦਾ ਹੈ। ਸਮਾਗਮ ਵਾਸ਼ਿੰਗਟਨ ਡੀਸੀ ਵਿੱਚ ਹੁੰਦਾ ਹੈ। ਅਹੁਦੇ ਦੀ ਸਹੁੰ ਚੁੱਕਣ ਦੌਰਾਨ ਰਾਸ਼ਟਰਪਤੀ ਕਹਿੰਦੇ ਨੇ, ਮੈਂ ਸੁਹਿਰਦਾ ਨਾਲ ਸਹੁੰ ਚੁੱਕਦਾ ਹਾਂ ਕਿ ਮੈਂ ਪੂਰੀ ਇਮਾਨਦਾਰੀ ਨਾਲ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਨਿਭਾਵਾਂਗਾ। ਮੈਂ ਆਪਣੀ ਪੂਰੀ ਸਮਰੱਥਾ ਨਾਲ ਅਮਰੀਕਾ ਦੇ ਸੰਵਿਧਾਨ ਦੀ ਰਾਖੀ, ਸੁਰੱਖਿਆ ਅਤੇ ਬਚਾਅ ਕਰਾਂਗਾ। ਜਿਵੇਂ ਇਹ ਸ਼ਬਦ ਬੋਲੇ ਜਾਣਗੇ ਤਾਂ ਬਾਈਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ। ਇਸ ਨਾਲ ਹੀ ਸਮਾਗਮ ਦੌਰਾਨ ਕਮਲਾ ਹੈਰਿਸ ਵੀ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੇਗੀ। ਆਮ ਤੌਰ ਉੱਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸਾਹਮਣੇ ਹੀ ਉਪ ਰਾਸ਼ਟਰਪਤੀ ਨੂੰ ਸਹੁੰ ਚੁਕਵਾਈ ਜਾਂਦੀ ਹੈ। ਇਹ ਤਾਂ ਹੋ ਗਈ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਚੁੱਕੀ ਜਾਣ ਵਾਲੀ ਸਹੁੰ ਦੀ ਗੱਲ। ਇਸ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਬਾਈਡਨ ਤੇ ਕਮਲਾ ਹੈਰਿਸ ਵੱਲੋਂ ਸਹੁੰ ਕਦੋਂ ਚੁੱਕੀ ਜਾਵੇਗੀ। ਕਦੋਂ ਸਹੁੰ ਚੁੱਕਣਗੇ ਬਾਈਡਨ? ਅਮਰੀਕੀ ਸੰਵਿਧਾਨ ਦੇ ਮੁਤਾਬਿਕ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਸਹੁੰ ਚੁੱਕਣ ਦਾ ਦਿਨ 20 ਜਨਵਰੀ ਨਿਰਧਾਰਿਤ ਹੈ। ਸਮਾਗਮ ਦੌਰਾਨ ਉਦਘਾਟਨੀ ਭਾਸ਼ਣ ਅਮਰੀਕੀ ਸਮੇਂ ਮੁਤਾਬਿਕ ਸਵੇਰੇ 11:30 ਵਜੇ ਅਤੇ ਭਾਰਤੀ ਸਮੇਂ ਮੁਤਾਬਿਕ ਰਾਤ 10 ਵਜੇ ਸ਼ੁਰੂ ਹੋਵੇਗਾ। ਅੰਦਾਜ਼ੇ ਮੁਤਾਬਿਕ ਨਵੇਂ ਚੁਣੇ ਗਏ ਰਾਸ਼ਟਰਪਤੀ ਅਮਰੀਕੀ ਸਮੇਂ ਮੁਤਾਬਿਕ ਦੁਪਹਿਰ 12 ਵਜੇ ਤੇ ਭਾਰਤੀ ਸਮੇਂ ਮੁਤਾਬਿਕ ਰਾਤ 10:30 ਵਜੇ ਸਹੁੰ ਚੁੱਕ ਲੈਣਗੇ। ਇਹੀ ਉਹ ਦਿਨ ਹੋਵੇਗਾ ਜਦੋਂ ਜੋ ਬਾਈਡਨ ਵਾਈਟ ਹਾਊਸ ਜਾਣਗੇ। ਅਗਲੇ 4 ਸਾਲ ਤੋਂ ਵਾਈਟ ਹਾਊਸ ਹੀ ਉਹਨਾਂ ਦੀ ਅਧਿਕਾਰਤ ਰਿਹਾਇਸ਼ ਹੋਵੇਗੀ। ਇਹ ਤਾਂ ਹੋ ਗਈ ਸਮਾਗਮ ਦੀ ਗੱਲ, ਪਰ ਇੱਥੇ ਸਭ ਦੇ ਮਨ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇਸ ਸਮਾਗਮ ਵਿੱਚ ਕੌਣ ਤੇ ਕਿਵੇਂ ਸ਼ਾਮਿਲ ਹੋ ਸਕਦਾ ਹੈ। ਜੇਕਰ ਸ਼ਾਮਿਲ ਹੋਣ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੱਸ ਦਈਏ ਸਹੁੰ ਚੁੱਕ ਸਮਾਗਮ ਵਿੱਚ ਕਿਵੇਂ ਮਿਲੇਗੀ ਐਂਟਰੀ। ਸਟੇਜ ਦੇ ਸਾਹਮਣੇ ਬੈਠਣ, ਖੜਨ ਤੇ ਪਰੇਡ ਰੂਟ ਇਲਾਕੇ ਵਿੱਚ ਬੈਠਣ ਲਈ ਟਿਕਟ ਦੀ ਲੋੜ ਹੁੰਦੀ ਹੈ। ਨੈਸ਼ਨਲ ਮਾਲ ਆਮ ਲੋਕਾਂ ਲਈ ਖੁੱਲਾ ਹੁੰਦਾ ਹੈ। ਤੁਸੀਂ ਜੇਕਰ ਉਦਘਾਟਨ ਸਮਾਗਮ ਨੂੰ ਨੇੜਿਓਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਆਪਣੇ ਇਲਾਕੇ ਦੇ ਨੁਮਾਇੰਦੇ ਭਾਵ MP ਨਾਲ ਗੱਲ ਕਰਨੀ ਪਵੇਗੀ। ਸੈਨੇਟਰ ਅਤੇ ਕਾਂਗਰਸ ਦੇ ਮੈਂਬਰ ਇਸ ਸਮਾਗਮ ਦੀ ਨਿਗਰਾਨੀ ਵਿੱਚ ਲੱਗੇ ਹੁੰਦੇ ਨੇ। ਹਰੇਕ ਨੂੰ ਕੁਝ ਮੁਫਤ ਟਿਕਟਾਂ ਦਿੱਤੀਆਂ ਜਾਂਦੀਆਂ ਨੇ। ਇਹ ਟਿਕਟਾਂ ਉਹ ਲੋਕਾਂ ਨੂੰ ਵੰਡ ਸਕਦੇ ਨੇ। ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਇੱਕ ਨੁਮਾਇੰਦੇ ਦੇ ਨਾਲ ਸਿਰਫ ਇੱਕ ਹੀ ਮਹਿਮਾਨ ਆ ਸਕਦਾ ਹੈ। ਇਹ ਤਾਂ ਹੋ ਗਈ ਸਮਾਗਮ ਵਿੱਚ ਦਾਖਲੇ ਦੀ ਗੱਲ। ਹੁਣ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਟਰੰਪ ਹੋਣਗੇ ਸਮਾਗਮ ਵਿੱਚ ਸ਼ਾਮਿਲ। ਅਹੁਦਾ ਛੱਡਣ ਵਾਲੇ ਰਾਸ਼ਟਰਪਤੀ ਲਈ ਅਗਲੇ ਰਾਸ਼ਟਰਪਤੀ ਨੂੰ ਸਹੁੰ ਚੁੱਕਦੇ ਹੋਏ ਦੇਖਣਾ ਹੁਣ ਇੱਕ ਪਰੰਪਰਾ ਬਣ ਚੁੱਕੀ ਹੈ। ਹਾਲਾਂਕਿ ਅਜਿਹਾ ਦੇਖਣਾ ਸਾਬਕਾ ਰਾਸ਼ਟਰਪਤੀਆਂ ਲਈ ਥੋੜਾ ਬੇਚੈਨੀ ਵਾਲਾ ਹੁੰਦਾ ਹੈ, ਪਰ ਇਸ ਵਾਰ ਕੁਝ ਹੋਰ ਕਿਸਮ ਦੀ ਬੇਚੈਨੀ ਹੋਵੇਗੀ ਕਿਉਂਕਿ ਰਾਸ਼ਟਰਪਤੀ ਦਾ ਅਹੁਦਾ ਛੱਡ ਰਹੇ ਟਰੰਪ ਇਸ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣਗੇ। ਟਰੰਪ ਨੇ ਪਿਛਲੇ ਦਿਨੀ ਟਵੀਟ ਕਰਕੇ ਦੱਸਿਆ ਸੀ ਕਿ ਜੋ ਲੋਕ ਇਹ ਪੁੱਛ ਰਹੇ ਨੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਮੈਂ 20 ਤਰੀਕ ਨੂੰ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਆਵਾਂਗਾ। ਟਰੰਪ ਦੇ ਇਸ ਟਵੀਟ ਨੇ ਉਹਨਾਂ ਦਾ ਰੁਖ ਸਾਫ਼ ਕਰ ਦਿੱਤਾ ਹੈ ਕਿ ਉਹ ਸਮਾਗਮ ਵਿੱਚ ਸ਼ਾਮਿਲ ਨਹੀਂ ਹੋਣਗੇ। ਪਰ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਇਤਿਹਾਸ ਦੇ 100 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦ ਰਾਸ਼ਟਰਪਤੀ ਦਾ ਅਹੁਦਾ ਛੱਡ ਰਿਹਾ ਆਗੂ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਨਾ ਹੋਇਆ ਹੋਵੇ। ਹੁਣ ਜਦ ਟਰੰਪ ਦੀ ਗੱਲ ਆ ਗਈ ਹੈ ਤਾਂ ਦੱਸ ਦਈਏ ਕਿ 6 ਜਨਵਰੀ ਨੂੰ ਕੈਪੀਟਲ ਹਿੱਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਅਮਰੀਕਾ ਦੀਆਂ ਖੁਫੀਆ ਤੇ ਸੁਰੱਖਿਆ ਏਜੰਸੀਆਂ ਅਲਰਟ ਤੇ ਨੇ। ਇਸ ਨਾਲ ਹੀ ਸਹੁੰ ਚੁੱਕ ਸਮਾਗਮ ਲਈ ਵੀ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ। ਆਓ ਇੱਕ ਨਜ਼ਰ ਮਾਰਦੇ ਹਾਂ ਸਹੁੰ ਚੁੱਕ ਸਮਾਗਮ ਵਿੱਚ ਕੀ ਹੋਣਗੇ ਸੁਰੱਖਿਆ ਪ੍ਰਬੰਧ। ਨੈਸ਼ਨਲ ਗਾਰਡ ਦੇ 10,000 ਫੌਜੀ ਤਾਇਨਾਤ ਹੋਣਗੇ। ਲੋੜ ਪੈਣ ਤੇ 5,000 ਹੋਰ ਫੌਜੀ ਮੁਹੱਈਆ ਕਰਵਾਏ ਜਾ ਸਕਦੇ ਨੇ। ਟਰੰਪ ਦੇ ਸਹੁੰ ਚੁੱਕ ਸਮਾਗਮ ਸਮੇਂ 8,000 ਫੌਜੀ ਤਾਇਨਾਤ ਸਨ। ਜਦੋਂ ਬਾਈਡਨ ਸਹੁੰ ਚੁੱਕਣਗੇ ਉਸ ਵੇਲੇ ਵਾਸ਼ਿੰਗਟਨ ਡੀਸੀ ਵਿੱਚ ਐਮਰਜੈਂਸੀ ਲੱਗੀ ਹੋਵੇਗੀ। ਹਾਲ ਹੀ ਵਿੱਚ ਹੋਈ ਗੜਬੜ ਤੇ ਅਰਾਜਕਤਾ ਦੇ ਕਾਰਨ ਮੇਅਰ ਮੂਰੀਅਲ ਬੋਰ ਨੇ ਉਥੇ ਐਮਰਜੈਂਸੀ ਲਗਾਉਣ ਦੇ ਆਦੇਸ਼ ਦਿੱਤੇ ਨੇ। ਸੁਰੱਖਿਆ ਦੀ ਗੱਲ ਕਰਦਿਆਂ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਕਾਰਨ ਸਮਾਗਮ ਨੂੰ ਸੀਮਤ ਕੀਤਾ ਜਾ ਰਿਹਾ ਹੈ। ਜੇਕਰ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਲੱਖਾਂ ਲੋਕਾਂ ਨੇ ਸ਼ਾਮਿਲ ਹੋਣਾ ਸੀ। ਜਦ ਇਹ ਸਮਾਗਮ ਆਮ ਦਿਨਾਂ ਵਿੱਚ ਹੁੰਦਾ ਹੈ ਤਾਂ ਸ਼ਹਿਰ ਭਰ ਜਾਂਦਾ ਹੈ। ਹੋਟਲਾਂ ਕੋਲ ਮਹਿਮਾਨਾਂ ਲਈ ਥਾਂ ਨਹੀਂ ਹੁੰਦੀ। ਓਬਾਮਾ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ 20 ਲੱਖ ਲੋਕ ਪਹੁੰਚੇ ਸਨ। ਦੂਜੇ ਪਾਸੇ ਇਸ ਵਾਰ ਬਾਈਡਨ ਟੀਮ ਖੁਦ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਸਮਾਗਮ ਵਿੱਚ ਨਾ ਆਉਣ। ਬਿਊਰੋ ਰਿਪੋਰਟ, ਜਗਬਾਣੀ TV।